ਹੈਲੋ एवरीवन ਵੈਲਕਮ ਟੂ CBC ਅਕੈਡਮੀ ਵੋਰ ਮੈਂ ਹਾरून ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਾਂ ਪੋਲਿਟੀ ਦਾ ਲੈਕਚਰ ਜਿਹਦੇ ਵਿੱਚ ਆਪਾਂ ਪੜ੍ਹਾਂਗੇ ਕਾਊਂਸਲ ਆਫ ਮਿਨਿਸਟਰ ਬਾਰੇ ਪਾਰਲੀਮੈਂਟਰੀ ਸਿਸਟਮ ਬਾਰੇ ਅਤੇ ਹੋਰ ਵੀ ਜਿਹੜੀਆਂ ਗੱਲਾਂ ਇੰਪੋਰਟੈਂਟ ਹੈਗੀਆਂ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਸਾਰੀਆਂ ਸਟੱਡੀ ਕਰਾਂਗੇ। ਅਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸੀ ਸਾਡੀ CBC ਐਗਜ਼ਾਮ ਗੁਰੂ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ 'ਤੇ। ਉੱਥੇ ਡਿਵਰਸ ਬੈਨੀਫਿਟ ਤੁਸੀਂ ਉਠਾ ਸਕਦੇ ਹੋ, ਜਿਵੇਂ ਕਿ ਪ੍ਰੀਵੀਅਸ ਈਅਰ ਪੇਪਰ ਮਿਲ ਜਾਣਗੇ ਤੁਹਾਨੂੰ, ਸੋਲਡ ਪ੍ਰੀਵੀਅਸ ਈਅਰ ਪੇਪਰ ਮਿਲ ਜਾਣਗੇ ਅਤੇ ਕੁਛ ਅਨਸੋਲਡ ਹੈਗੇ ਆ, ਕੁਛ ਸੋਲਡ ਹੈਗੇ ਆ। ਬਾਕੀ ਤੁਸੀਂ ਕਰੰਟ ਅਫੇਅਰ ਤੁਹਾਨੂੰ ਮਿਲ ਸਕਦੇ ਹੈ ਅਤੇ ਬਾਕੀ ਹੋਰ ਜਿੰਨੇ ਵੀ ਜੋਬ ਅਪਡੇਟਸ ਹੁੰਦੇ ਆ ਤੁਸੀਂ ਐਪ ਤੋਂ ਵੇਖ ਸਕਦੇ ਹੋ। ਸੋ ਬਹੁਤ ਬੈਨੀਫੀਸ਼ੀਅਲ ਹੈਗੀ ਐਪ। ਸਾਡਾ ਜਿਹੜਾ ਪਟਵਾਰੀ ਦਾ ਮੋਸਟ ਵਾਇਰਲ ਕੋਰਸ ਹੈਗਾ ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਬਾਕੀ ਨੈਬ ਤਹਿਸੀਲਦਾਰ ਲਈ PCS ਲਈ ਸਪੈਸ਼ਲ ਬੈਚਿਸ ਅਸੀਂ ਲਾਂਚ ਕੀਤੇ ਹੋਏ ਆ, ਉਹਨਾਂ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਤੁਹਾਡੇ ਲਈ ਬਹੁਤ ਹੈਲਪਫੁਲ ਰਹਿਣਗੇ ਕਿਉਂਕਿ ਹੁਣ ਆਪਾਂ ਜਿੰਨੀ ਕਰ ਰਹੇ ਹਾਂ ਸਮਰੀ ਕਰ ਰਹੇ ਹਾਂ। ਅਗਰ ਕਿਸੇ ਨੇ ਬੇਸਿਕ ਨਹੀਂ ਕੀਤੇ ਹੋਏ ਸਮਰੀ ਉਹਨੂੰ ਸਮਝ ਨਹੀਂ ਆਉਣਾ। ਕੋਸ਼ਿਸ਼ ਤਾਂ ਕਰ ਰਹੇ ਹਾਂ ਵੀ ਆਪਾਂ ਇੱਥੇ ਹੀ ਕਵਰ ਕਰੀਏ ਪੋਲਿਟੀ ਨੂੰ, ਪਰ ਫਿਰ ਵੀ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਆਪਾਂ ਜਲਦੀ ਦੇ ਵਿੱਚ ਕਰਵਾ ਨਹੀਂ ਸਕਦੇ। ਉਹ ਤੁਸੀਂ ਸਾਰੇ ਦੇ ਸਾਰੇ ਬੈਨੀਫਿਟ ਸਾਡੀ ਐਪ ਤੋਂ ਉਠਾ ਸਕਦੇ ਹੋ। ਅਤੇ ਉੱਥੇ ਜਿਹੜੇ ਕੋਰਸਿਸ ਹੈਗੇ ਬਹੁਤ ਹੀ ਰੀਜ਼ਨੇਬਲ ਕੋਸਟ 'ਤੇ ਸਾਰੇ ਦੇ ਸਾਰੇ ਕੋਰਸਿਸ ਹੈਗੇ ਤੁਸੀਂ ਜੁਆਇਨ ਕਰ ਸਕਦੇ ਹੋ। ਸੋ ਆਪਾਂ ਅੱਗੇ ਮੂਵ ਕਰਦੇ ਹਾਂ, ਆਪਣਾ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਸੋ ਆਪਾਂ ਸਟਾਰਟ ਕਰਦੇ ਹਾਂ ਫੀਚਰ ਆਫ ਪਾਰਲੀਮੈਂਟਰੀ ਗੌਰਮੈਂਟ। ਸੋ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ। ਆਪਣੇ ਜਿਹੜੀ ਵੀ ਕੁਐਰੀਜ਼ ਹੈਗੀਆਂ ਤੁਸੀਂ ਮੈਨੂੰ ਪੁੱਛ ਸਕਦੇ ਹੋ ARNTANEGA07 'ਤੇ, ਠੀਕ ਹੈ ਜੀ। ਸੋ ਫੀਚਰ ਆਫ ਪਾਰਲੀਮੈਂਟਰੀ ਗੌਰਮੈਂਟ ਆਪਾਂ ਪੜ੍ਹਦੇ ਹਾਂ। ਸੋ ਪਹਿਲਾ ਜਿਹੜਾ ਫੀਚਰ ਹੈਗਾ ਮੋਸਟ ਇੰਪੋਰਟੈਂਟ ਫੀਚਰ ਹੈਗਾ ਨੋਮੀਨਲ ਐਂਡ ਦਾ ਰੀਅਲ ਐਗਜ਼ੀਕਿਊਟਿਵ। ਇਹਦਾ ਤੁਹਾਨੂੰ ਇਸਦੇ ਮਤਲਬ ਐਵੇਂ ਪ੍ਰੀਸਾਈਜ਼ ਐਪਰੋਪ੍ਰੀਏਟ ਆਪਸ਼ਨ ਆਪਾਂ ਨੂੰ ਪੁੱਛੇ ਜਾ ਸਕਦੇ ਹੈ। ਪਾਰਲੀਮੈਂਟਰੀ ਗੌਰਮੈਂਟ ਆਪਾਂ ਨੂੰ ਪੁੱਛ ਲਿਆ ਜਾਊਗਾ ਵੀ ਪਾਰਲੀਮੈਂਟਰੀ ਗੌਰਮੈਂਟ ਦੇ ਫੀਚਰ ਕੀ ਹੈਗੇ। ਆਪਾਂ ਨੂੰ 4 ਆਪਸ਼ਨ ਦੇ ਦਿੱਤੇ ਜਾਣਗੇ ਵੀ ਇਹਨਾਂ 'ਚੋਂ ਕਿਹੜਾ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਦਾ ਫੀਚਰ ਹੈ ਨਹੀਂ ਗਾ। ਸੋ ਜਿਹੜੇ ਵੀ ਫੀਚਰ ਮੈਂ ਮੈਂਸ਼ਨ ਕੀਤੇ ਹੋਏ ਤੁਸੀਂ ਐਪਰੋਪ੍ਰੀਏਟਲੀ ਯਾਦ ਕਰ ਲੈਣੇ ਆ, ਠੀਕ ਹੈ। ਸੋ ਜਿਹੜਾ ਮੋਸਟ ਇੰਪੋਰਟੈਂਟ ਪਹਿਲਾ ਫੀਚਰ ਹੈਗਾ ਉਹ ਹੈਗਾ ਨੋਮੀਨਲ ਐਂਡ ਦਾ ਰੀਅਲ ਐਗਜ਼ੀਕਿਊਟਿਵਸ। ਹੁਣ ਆਪਣੇ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਦੇ ਵਿੱਚ ਕੀ ਹੁੰਦਾ, ਜਿਹੜਾ ਆਪਣਾ ਪ੍ਰੈਜ਼ੀਡੈਂਟ ਹੁੰਦਾ ਨੋਮੀਨਲ ਐਗਜ਼ੀਕਿਊਟਿਵ ਹੁੰਦਾ, ਜਿਹੜਾ ਆਪਣਾ ਪ੍ਰਾਈਮ ਮਿਨਿਸਟਰ ਹੁੰਦਾ ਉਹ ਰੀਅਲ ਐਗਜ਼ੀਕਿਊਟਿਵ ਹੁੰਦਾ। ਸੋ ਵਨ ਆਫ ਦੀ ਬੇਸਿਕ ਫੀਚਰ ਹੈਗਾ ਆਪਣੇ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਦਾ, ਠੀਕ ਹੈ। ਸੋ ਨੈਕਸਟ ਕੀ ਹੈਗਾ ਮੈਜੋਰਿਟੀ ਪਾਰਟੀ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਦੇ ਵਿੱਚ ਰੂਲ ਕਰਦੀ ਹੈ। ਜਿਵੇਂ ਹੁਣ ਮੋਦੀ ਗੌਰਮੈਂਟ ਹੈਗੀ ਹੈ ਤਾਂ ਉਹ ਮੈਜੋਰਿਟੀ ਦੇ ਵਿੱਚ ਹੈਗੀ ਹੈ, ਤਾਂ ਹੁਣ ਉਹ ਰੂਲ ਕਰ ਰਹੀ ਹੈ ਆਪਣੇ। ਤਾਂ ਜਿਹੜੀ ਵੀ ਗੌਰਮੈਂਟ ਹੋਊਗੀ, ਜਿਹੜੀ ਵੀ ਪਾਰਟੀ ਹੋਊਗੀ ਜਿਹਦੇ ਕੋਲ ਮੈਜੋਰਿਟੀ ਹੋਊਗੀ ਉਹੀ ਰੂਲ ਕਰੂਗੀ। ਸੋ ਇਹ ਸੈਕਿੰਡ ਮੋਸਟ ਇੰਪੋਰਟੈਂਟ ਫੀਚਰ ਹੈਗਾ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਦਾ। ਨੈਕਸਟ ਹੈਗਾ ਕਲੈਕਟਿਵਲੀ ਰਿਸਪੋਂਸੀਬਿਲਿਟੀ। ਕਲੈਕਟਿਵ ਰਿਸਪੋਂਸੀਬਿਲਿਟੀ ਕੀ ਹੁੰਦਾ, ਅਗਰ ਤੈਰਨਗੇ ਵੀ ਇਕੱਠੇ ਅਤੇ ਡੁੱਬਣਗੇ ਵੀ ਇਕੱਠੇ। ਜਿਹੜੇ ਆਪਣੇ ਕਾਊਂਸਲ ਆਫ ਮਿਨਿਸਟਰ ਹੁੰਦੇ ਹੈ, ਅਗਰ ਲੋਕ ਸਭਾ ਡਿਜ਼ੋਲਵ ਹੋ ਜਾਂਦੀ ਹੈ ਤਾਂ ਸਾਰੇ ਦੇ ਸਾਰੇ ਕਾਊਂਸਲ ਆਫ ਮਿਨਿਸਟਰ ਵੀ ਡਿਜ਼ੋਲਵ ਹੋ ਜਾਣਗੇ, ਠੀਕ ਹੈ ਜੀ। ਅਗਰ ਗੌਰਮੈਂਟ ਦਾ ਜਿਹੜਾ ਕੌਨਫੀਡੈਂਸ ਹੈਗਾ ਉਹ ਵੀ ਡਿੱਗ ਜਾਂਦਾ ਹੁੰਦਾ। ਕੌਨਫੀਡੈਂਸ ਦਾ ਮਤਲਬ ਕੀ ਹੁੰਦਾ, ਗੌਰਮੈਂਟ ਆਪਣੀ ਮੈਜੋਰਿਟੀ ਲੂਜ਼ ਕਰ ਦਿੰਦੀ ਹੈ ਤਾਂ ਵੀ ਸਾਰੇ ਦੇ ਸਾਰੇ ਜਿਹੜੇ ਕਾਊਂਸਲ ਆਫ ਮਿਨਿਸਟਰ ਹੈਗੇ ਡਿੱਗ ਜਾਣਗੇ। ਸੋ ਇਸ ਚੀਜ਼ ਨੂੰ ਕਿਹਾ ਜਾਂਦਾ ਕਲੈਕਟਿਵਲੀ ਰਿਸਪੋਂਸੀਬਲ। ਨੈਕਸਟ ਕੀ ਹੈਗਾ ਪੋਲੀਟੀਕਲ ਹੋਮੋਜੈਨਿਟੀ। ਜਿਹੜੀ ਵੀ ਪਾਰਟੀ ਰੂਲ ਕਰ ਰਹੀ ਹੋਊਗੀ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੋਊਗੀ ਉਹ ਸਿਮਿਲਰ ਆਈਡੀਓਲੋਜੀ ਹੋਊਗੀ, ਕਿਉਂਕਿ ਪਾਰਟੀ ਨਹੀਂ ਜਿਹੜੀ ਵੀ ਪਾਰਟੀ ਰੂਲ ਕਰ ਰਹੀ ਹੈ ਉਹਦੇ ਵਿੱਚ ਜਿੰਨੇ ਵੀ ਮੈਂਬਰ ਹੈਗੇ ਆ ਸਾਰਿਆਂ ਦੀ ਸਾਰੀ ਜਿਹੜੀ ਸੋਚ ਹੋਊਗੀ ਆਈਡੀਓਲੋਜੀ ਹੋਊਗੀ ਸਿਮਿਲਰ ਹੋਊਗੀ ਸਾਰਿਆਂ ਦੀ ਆਈਡੀਓਲੋਜੀ। ਇਹ ਨਹੀਂ ਵੀ ਅਮਿਤ ਸ਼ਾਹ ਦੀ ਅੱਡ ਹੈ, ਮੋਦੀ ਦੀ ਅੱਡ ਹੈਗੀ ਹੈ। ਭਾਵੇਂ ਉਹਨਾਂ ਦੀ ਆਈਡੀਓਲੋਜੀ ਅੱਡ ਹੋਵੇ ਫਿਰ ਵੀ ਉਹਨਾਂ ਨੂੰ ਪਾਰਟੀ ਦੇ ਨਾਲ ਰਹਿਣਾ ਪੈਂਦਾ ਹੈ। ਉਹਨਾਂ ਦੀ ਪਾਰਟੀ ਦੀ ਆਈਡੀਓਲੋਜੀ ਦੇ ਨਾਲ ਆਪਣੇ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਪੈਂਦਾ, ਅਦਰਵਾਈਜ਼ ਉਹਨਾਂ ਨੂੰ ਡਿਸਕੁਆਲੀਫਿਕੇਸ਼ਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ, ਠੀਕ ਹੈ ਜੀ। ਨੈਕਸਟ ਹੈਗਾ ਡੈਜ਼ੋਲਿਊਸ਼ਨ ਆਫ ਦਾ ਲੋਕ ਸਭਾ। ਹੁਣ ਨੈਕਸਟ ਫੀਚਰ ਹੈਗਾ ਪਾਰਲੀਮੈਂਟ ਆਫ ਫਾਰਮ ਆਫ ਦਾ ਗੌਰਮੈਂਟ ਦਾ, ਉਹ ਹੈਗਾ ਡੈਜ਼ੋਲਿਊਸ਼ਨ ਆਫ ਦਾ ਲੋਕ ਸਭਾ। ਮਤਲਬ ਕੀ ਹੋਇਆ ਡੈਜ਼ੋਲਿਊਸ਼ਨ ਆਫ ਦਾ ਲੋਕ ਸਭਾ ਦਾ, ਵੀ ਜਿਹੜਾ ਲੋਅਰ ਹਾਊਸ ਹੈਗਾ ਸਬਜੈਕਟ ਟੂ ਡੈਜ਼ੋਲਿਊਸ਼ਨ ਹੈਗਾ, ਮਤਲਬ ਖਤਮ ਕੀਤਾ ਜਾ ਸਕਦਾ। ਜਿਵੇਂ ਆਪਣਾ ਰਾਜ ਸਭਾ ਹੈਗਾ ਇੱਕ ਤਰ੍ਹਾਂ ਦਾ ਪਰਮਾਨੈਂਟ ਹਾਊਸ ਹੈਗਾ, ਉਹਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜਾ ਆਪਣਾ ਲੋਕ ਸਭਾ ਹੈਗੀ ਹੈ ਉਹ ਸਬਜੈਕਟ ਟੂ ਡੈਜ਼ੋਲਿਊਸ਼ਨ ਹੈਗੀ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਡੈਜ਼ੋਲਿਊਸ਼ਨ ਹੁੰਦਾ ਮਤਲਬ 5 ਸਾਲ ਬਾਅਦ ਜਿਵੇਂ ਆਪਣੀ ਗੌਰਮੈਂਟ ਬਦਲੀ ਜਾਂਦੀ ਹੁੰਦੀ ਉਸ ਚੀਜ਼ ਨੂੰ ਕਿਹਾ ਜਾਂਦਾ ਡੈਜ਼ੋਲਿਊਸ਼ਨ ਆਫ ਹਾਊਸ। ਸੋ ਜਿਹੜਾ ਆਪਣਾ ਲੋਕ ਸਭਾ ਹੈਗਾ ਉਹ ਸਬਜੈਕਟ ਟੂ ਡੈਜ਼ੋਲਿਊਸ਼ਨ ਹੈਗਾ। ਜਿਹੜਾ ਰਾਜ ਸਭਾ ਹੈਗਾ ਉਹ ਡੈਜ਼ੋਲਿਊਟ ਨਹੀਂ ਹੁੰਦਾ, ਉਹ ਇੱਕ ਪਰਮਾਨੈਂਟ ਹਾਊਸ ਹੈਗਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਸਮਰੀ ਆਫ ਦਾ ਪਾਰਲੀਮੈਂਟਰੀ ਸਿਸਟਮ। ਸਮਰੀ ਆਫ ਦਾ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਕੀ ਹੁੰਦਾ ਆਪਾਂ ਪੜ੍ਹਾਂਗੇ ਵੀ ਜੇ ਆਪਣਾ ਪਾਰਲੀਮੈਂਟਰੀ ਸਿਸਟਮ ਹੈਗਾ ਉਹਦੇ ਵਿੱਚ ਕੌਣ ਕੌਣ ਹੁੰਦੇ ਆ, ਕਾਊਂਸਲ ਆਫ ਮਿਨਿਸਟਰ ਹੁੰਦੇ ਆ, ਕੈਬੀਨੇਟ ਹੁੰਦਾ ਅਤੇ ਉਹਨਾਂ ਦੇ ਕੀ ਫੰਕਸ਼ਨਸ ਹੁੰਦੇ ਆ। ਸੋ ਆਪਾਂ ਸਾਰਾ ਕੁਝ ਸਟੱਡੀ ਕਰਦੇ ਹਾਂ। The Constitution of India provides for the parliamentary form of government both at the center and the state। ਜਿਹੜਾ ਆਪਣਾ ਸੰਵਿਧਾਨ ਹੈਗਾ ਉੱਥੇ ਮਤਲਬ ਭਾਵੇਂ ਉਹ ਸੈਂਟਰ ਹੈਗਾ ਭਾਵੇਂ ਸਟੇਟ ਹੈਗੀ ਹੈ, ਦੋਨੋਂ 'ਤੇ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਹੈਗੀ ਹੈ।
Article number 74 and the 75 deal with the parliamentary system at the center, and the Article 163 and the 164 in the states. ਜਿਹੜਾ ਸੈਂਟਰ ਦੇ ਵਿੱਚ ਜਿਹੜਾ ਪਾਰਲੀਮੈਂਟਰੀ ਸਿਸਟਮ ਮੈਂਸ਼ਨ ਕੀਤਾ ਹੋਇਆ ਉਹ ਆਰਟੀਕਲ ਨੰਬਰ 74 ਅਤੇ 75 ਦੇ ਵਿੱਚ ਕੀਤਾ ਹੋਇਆ। ਜਿਹੜਾ ਸਟੇਟ ਦੀ ਗੱਲ ਕਰੀਏ ਤਾਂ 163 ਅਤੇ 164 ਆਰਟੀਕਲ ਨੰਬਰ ਦੇ ਵਿੱਚ ਜਿਹੜਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ ਜਿਹੜਾ ਸਿਸਟਮ ਹੈਗਾ ਪ੍ਰੋਪਰ ਮੈਂਸ਼ਨ ਕੀਤਾ ਹੋਇਆ। ਸੋ ਜਿਹੜੇ ਆਰਟੀਕਲ ਹੈਗੇ ਆਪਾਂ ਪ੍ਰੀਸਾਈਜ਼ਲੀ ਯਾਦ ਕਰਨੇ ਵੀ 74 ਦੇ ਵਿੱਚ ਕੀ ਆਉਂਦਾ ਅਤੇ 75 ਦੇ ਵਿੱਚ ਕੀ ਆਉਂਦਾ। The parliamentary system of government is the one in which the executive is responsible to the legislature for its policies and the acts. ਬੇਸਿਕ ਜਿਹੜਾ ਫੀਚਰ ਹੈਗਾ ਪਾਰਲੀਮੈਂਟਰੀ ਸਿਸਟਮ ਦਾ ਉਹ ਕੀ ਹੈਗਾ ਵੀ ਜਿਹੜੇ ਲੈਜਿਸਲੇਚਰ ਦੁਆਰਾ ਐਕਟ ਬਣਾਏ ਜਾਂਦੇ ਹੁੰਦੇ ਆ ਅਤੇ ਜਿਹੜੇ ਐਗਜ਼ੀਕਿਊਟਿਵ ਦੁਆਰਾ ਇੰਪਲੀਮੈਂਟ ਕੀਤੇ ਜਾਂਦੇ ਹੁੰਦੇ ਆ। ਜਿਹੜੀ ਐਗਜ਼ੀਕਿਊਟਿਵ ਹੁੰਦੀ ਹੈ ਜਿਹੜੇ ਐਕਟਸ ਨੂੰ ਇੰਪਲੀਮੈਂਟ ਕਰਦੀ ਹੈ ਉਹ ਲੈਜਿਸਲੇਚਰ ਨੂੰ ਰਿਸਪੋਂਸੀਬਲ ਹੁੰਦੀ ਹੈ। ਜਿਹੜੇ ਆਪਣੇ ਕਾਊਂਸਲ ਆਫ ਮਿਨਿਸਟਰ ਹੈ ਐਗਜ਼ੀਕਿਊਟਿਵ ਦਾ ਪਾਰਟ ਹੈਗੀ ਹੈ। ਜਿਹੜੀ ਆਪਣੀ ਲੋਕ ਸਭਾ ਹੈਗੀ ਹੈ ਜਾਂ ਰਾਜ ਸਭਾ ਹੈਗੀ ਹੈ ਉਹ ਕਿਹਦਾ ਪਾਰਟ ਹੈਗੇ ਲੈਜਿਸਲੇਚਰ ਦਾ ਪਾਰਟ ਹੈਗੇ ਆ। ਸੋ ਜਿਹੜੇ ਆਪਣੇ ਕਾਊਂਸਲ ਆਫ ਮਿਨਿਸਟਰ ਹੈਗੇ ਉਹ ਦੇਣ ਦਾ ਹੀ ਹੈਗੇ ਆ। ਜਿਹੜੇ ਵੀ ਐਕਟ ਕਰਨਗੇ ਉਹ ਦੇਣ ਦਾ ਹੀ ਹੈਗੇ ਆ। ਜਿਹੜੀ ਸੈਂਟਰ ਦੀ ਲੈਜਿਸਲੇਚਰ ਹੈਗੀ ਜਿਵੇਂ ਕਿ ਲੋਕ ਸਭਾ ਅਤੇ ਰਾਜ ਸਭਾ। ਹੁਣ ਆਪਾਂ ਨੂੰ ਕੁਛ ਕੁਐਸਚਨ ਪੁੱਛ ਲਿਆ ਜਾਂਦਾ ਹੁੰਦਾ ਵੀ ਕਿਹੜੇ ਰਾਹੀਂ ਉਹਨਾਂ ਦੀ ਅਕਾਊਂਟੇਬਿਲਿਟੀ ਮੇਨਟੇਨ ਰਹਿੰਦੀ ਹੈ, ਤਾਂ ਆਪਣਾ ਆਨਸਰ ਆ ਜਾਊਗਾ ਜਿਹੜੀ ਉਹਨਾਂ ਦੀ ਅਕਾਊਂਟੇਬਿਲਿਟੀ ਹੁੰਦੀ ਆ ਉਹ ਮੇਨਟੇਨ ਰਹਿੰਦੀ। ਜਿਵੇਂ ਕੁਐਸਚਨ ਆਵਰ ਚੱਲਦਾ ਹੁੰਦਾ ਉਹਦੇ ਰਾਹੀਂ ਉਹਨਾਂ ਦੀ ਅਕਾਊਂਟੇਬਿਲਿਟੀ ਬਣੀ ਰਹਿੰਦੀ ਆ। ਜਿਹੜੇ ਉਹਨਾਂ ਕੋਲ ਸਵਾਲ ਜਵਾਬ ਕੀਤੇ ਜਾਂਦੇ ਕੈਬਨਿਟ ਮਿਨਿਸਟਰ ਕੋਲ ਜਾਂ ਕਾਊਂਸਲ ਆਫ ਮਿਨਿਸਟਰ ਕੋਲੋਂ। ਜਿਵੇਂ ਹੁਣ ਆਪਣੇ ਫਾਰਮ ਬਿਲਸ ਹੋਏ ਆ ਤਾਂ ਕਾਊਂਸਲ ਆਫ ਮਿਨਿਸਟਰ ਕੋਲੋਂ ਪੁੱਛਿਆ ਜਾਣਾ ਸੀ ਵੀ ਇਹ ਕਿਉਂ ਬਣਾਏ ਗਏ, ਉਹਨਾਂ ਦੇ ਪ੍ਰੋਪਰ ਤਹਿਮਤਾਂ ਲਗਾਈਆਂ ਜਾਣੀਆਂ ਸੀਗੀਆਂ। ਠੀਕ ਹੈ ਜੀ। ਸੋ ਇਸ ਚੀਜ਼ ਨੂੰ ਕਿਹਾ ਜਾਂਦਾ ਜਿਹੜੀ ਐਗਜ਼ੀਕਿਊਟਿਵ ਹੈਗੀ ਹੈ ਰਿਸਪੋਂਸੀਬਲ ਹੈਗੀ ਹੈ ਲੈਜਿਸਲੇਚਰ ਨੂੰ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਨੂੰ ਰਿਸਪੋਂਸੀਬਲ ਫਾਰਮ ਆਫ ਗਵਰਨਮੈਂਟ ਵੀ ਕਿਹਾ ਜਾਂਦਾ ਜਾਂ ਵੈਮਸਟੀਅਰ ਮਾਡਲ ਆਫ ਗਵਰਨਮੈਂਟ ਵੀ ਕਿਹਾ ਜਾਂਦਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਹੋਰ ਕੀ ਰੈਲੇਵੈਂਟ ਹੈਗਾ ਆਪਾਂ ਪੜ੍ਹਦੇ ਹਾਂ। ਸੋ ਨੈਕਸਟ ਹੈਗਾ ਦਾ ਸਮਰੀ ਆਫ ਦਾ ਕਾਊਂਸਲ ਆਫ ਮਿਨਿਸਟਰਸ। ਸਮਰੀ ਦੇ ਵਿੱਚ ਕੀ ਆ ਜਾਂਦਾ ਕਾਊਂਸਲ ਆਫ ਮਿਨਿਸਟਰ ਦੀ ਆਪਾਂ ਸਮਰੀ ਪੜ੍ਹੀਏ ਤਾਂ ਦਾ ਕਾਊਂਸਲ ਆਫ ਮਿਨਿਸਟਰ ਹੈਡਡ ਬਾਈ ਦਾ ਪ੍ਰਾਈਮ ਮਿਨਿਸਟਰ ਐਂਡ ਦਾ ਰੀਅਲ ਐਗਜ਼ੀਕਿਊਟਿਵ ਅਥਾਰਟੀ ਇਜ਼ ਅਵਰ ਪੋਲੀਟੀਕਲ ਐਡਮਿਨਿਸਟ੍ਰੇਟਿਵ ਸਿਸਟਮ। ਸੋ ਜਿਹੜੇ ਕਾਊਂਸਲ ਆਫ ਮਿਨਿਸਟਰ ਹੁੰਦੇ ਆ ਉਹਨਾਂ ਨੂੰ ਹੈਡ ਕੌਣ ਕਰਦਾ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਹੈਡ ਕਰਦਾ ਹੁੰਦਾ। ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ ਵੀ ਕਾਊਂਸਲ ਆਫ ਮਿਨਿਸਟਰ ਨੂੰ ਕੌਣ ਹੈਡ ਕਰਦਾ ਤਾਂ ਆਪਣਾ ਆਨਸਰ ਆ ਜਾਊਗਾ ਕਾਊਂਸਲ ਆਫ ਮਿਨਿਸਟਰ ਨੂੰ ਕੌਣ ਹੈਡ ਕਰਦਾ ਤਾਂ ਆਪਣਾ ਆਨਸਰ ਆ ਜਾਊਗਾ ਪ੍ਰਾਈਮ ਮਿਨਿਸਟਰ ਹੈਡ ਕਰਦਾ। ਸੋ ਜਿਹੜੀ ਆਪਣੀ ਕਾਊਂਸਲ ਆਫ ਮਿਨਿਸਟਰ ਹੈਗੇ ਆ ਵਨ ਆਫ ਦੀ ਮੋਸਟ ਇੰਪੋਰਟੈਂਟ ਐਗਜ਼ੀਕਿਊਟਿਵ ਬੋਡੀ ਹੈਗੀ ਹੈ ਜਾਂ ਕਹਿ ਸਕਦੇ ਰੀਅਲ ਐਗਜ਼ੀਕਿਊਟਿਵ ਬੋਡੀ ਹੈਗੀ ਹੈ। ਜਿਹੜੇ ਵੀ ਡਿਸੀਜ਼ਨ ਲੈਜਿਸਲੇਚਰ ਦੁਆਰਾ ਲਏ ਜਾਂਦੇ ਆ ਜਾਂ ਕਹਿ ਸਕਦੇ ਹਾਂ ਵੀ ਲੋਕ ਸਭਾ ਜਾਂ ਰਾਜ ਸਭਾ ਦੁਆਰਾ ਜਿਹੜੇ ਵੀ ਡਿਸੀਜ਼ਨ ਲਏ ਜਾਂਦੇ ਹੁੰਦੇ ਆ ਉਹਨਾਂ ਨੂੰ ਇੰਪਲੀਮੈਂਟ ਕੌਣ ਕਰਦਾ, ਉਹਨਾਂ ਨੂੰ ਇੰਪਲੀਮੈਂਟ ਕਰਦੇ ਕਾਊਂਸਲ ਆਫ ਮਿਨਿਸਟਰਸ। ਠੀਕ ਹੈ। ਸੋ ਇਹ ਬਹੁਤ ਹੀ ਰੈਲੇਵੈਂਟ ਹੈਗਾ। ਸੋ ਕਾਊਂਸਲ ਆਫ ਮਿਨਿਸਟਰ ਨੂੰ ਹੈਡ ਕੌਣ ਕਰਦਾ, ਸੋ ਕਾਊਂਸਲ ਆਫ ਮਿਨਿਸਟਰ ਨੂੰ ਹੈਡ ਕਰਦਾ ਆਪਣਾ ਪ੍ਰਾਈਮ ਮਿਨਿਸਟਰ। ਠੀਕ ਹੈ ਜੀ। ਸੋ ਨੈਕਸਟ ਹੈਗਾ ਦਾ ਪ੍ਰਿੰਸੀਪਲ ਆਫ ਦਾ ਪਾਰਲੀਮੈਂਟਰੀ ਸਿਸਟਮ ਆਫ ਦਾ ਗਵਰਨਮੈਂਟ ਆਰ ਨੋਟ ਡਿਟੇਲ ਇਨ ਦਾ ਕੌਨਸਟੀਟਿਊਸ਼ਨ ਬਟ ਟੂ ਆਰਟੀਕਲ ਨੰਬਰ 74 ਐਂਡ ਆਰਟੀਕਲ ਨੰਬਰ 75 ਡੀਲ ਵਿਦ ਦੈਮ ਇਨ ਦਾ ਬਰੋਡ ਐਂਡ ਦਾ ਸਕੈਚੀ ਜਨਰਲ ਮੈਨਰ। ਕਿਤੇ ਵੀ ਆਪਣੇ ਸੰਵਿਧਾਨ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਦੀ ਕੋਈ ਵੀ ਡੈਫੀਨੇਸ਼ਨ ਨਹੀਂ ਦਿੱਤੀ ਹੋਈ, ਪਰ ਦੋ ਆਰਟੀਕਲ ਇਹੋ ਜਿਹੇ ਹੈਗੇ ਆਰਟੀਕਲ ਨੰਬਰ 74 ਅਤੇ ਆਰਟੀਕਲ ਨੰਬਰ 75 ਜਿਹੜੇ ਆਪਾਂ ਨੂੰ ਦੱਸਦੇ ਆ ਵੀ ਆਪਣਾ ਪਾਰਲੀਮੈਂਟਰੀ ਸਿਸਟਮ ਹੈਗਾ। ਸੋ ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ ਵੀ ਜਿਹੜੇ ਆਰਟੀਕਲ ਨੰਬਰ 74 ਅਤੇ ਆਰਟੀਕਲ ਨੰਬਰ 75 ਹੈਗੇ ਆ ਉਹ ਆਪਾਂ ਨੂੰ ਦੱਸਦੇ ਆ ਵੀ ਆਪਣਾ ਇੱਕ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈਗੀ ਹੈ। ਉਹਨਾਂ ਦੇ ਵਿੱਚ ਇੱਕ ਬੇਸਿਕ ਸਟਰਕਚਰ ਦਿੱਤਾ ਹੋਇਆ ਆਪਣੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ। ਆਪਾਂ ਪੜ੍ਹਦੇ ਹਾਂ ਥੋੜ੍ਹਾ ਜਿਹਾ। ਆਰਟੀਕਲ ਨੰਬਰ 74 ਡੀਲ ਵਿਦ ਦਾ ਸਟੇਟਸ ਆਫ ਦਾ ਕਾਊਂਸਲ ਆਫ ਮਿਨਿਸਟਰ। ਆਰਟੀਕਲ ਨੰਬਰ 75 ਡੀਲ ਵਿਦ ਦਾ ਅਪਾਇੰਟਮੈਂਟ, ਟੈਨਿਓਰ, ਕੁਆਲੀਫਿਕੇਸ਼ਨ, oath and the salaries of the allowances of the ministers. ਸੋ ਆਰਟੀਕਲ ਨੰਬਰ 74 ਅਤੇ ਆਰਟੀਕਲ ਨੰਬਰ 75 ਦੇ ਵਿੱਚ ਕੀ ਹੈਗਾ ਵੀ ਉਹਨਾਂ ਨੇ ਕਿਹਾ ਵੀ ਕਾਊਂਸਲ ਆਫ ਮਿਨਿਸਟਰ ਹੋਣੇ ਚਾਹੀਦੇ ਆ ਜੋ ਏਡ ਐਂਡ ਐਡਵਾਈਸ ਕਰਨਗੇ ਪ੍ਰੈਜ਼ੀਡੈਂਟ ਨੂੰ। ਠੀਕ ਹੈ ਜੀ। ਅਤੇ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਉਹਨਾਂ ਦਾ ਹੈੱਡ ਹੋਊਗਾ ਜਿਹੜਾ ਪ੍ਰੈਜ਼ੀਡੈਂਟ ਦੁਆਰਾ ਅਪਾਇੰਟ ਕੀਤਾ ਜਾਊਗਾ। ਠੀਕ ਹੈ ਜੀ। ਸੋ ਇਹ ਜਿਹੜੀਆਂ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਇਹੀ ਬੇਸਿਕ ਫਾਊਂਡੇਸ਼ਨ ਰੱਖਦੀਆਂ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੀ ਜਾਂ ਕਹਿ ਸਕਦੇ ਹਾਂ ਪਾਰਲੀਮੈਂਟਰੀ ਸਿਸਟਮ ਇਨ ਇੰਡੀਆ ਦੀ। ਹੋਰ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੋਇਆ ਡਿਟੇਲ ਫਾਰਮ ਦੇ ਵਿੱਚ ਵੀ ਆਪਣਾ ਪਾਰਲੀਮੈਂਟਰੀ ਸਿਸਟਮ ਕੀ ਹੈਗਾ। ਪਾਰਲੀਮੈਂਟਰੀ ਸਿਸਟਮ ਇਹੀ ਹੁੰਦਾ ਜਦੋਂ ਜਿਹੜੀ ਲੈਜਿਸਲੇਚਰ ਹੁੰਦੀ ਹੈ ਜਿਹੜੀ ਐਗਜ਼ੀਕਿਊਟਿਵ ਹੈਗੀ ਹੈ ਉਹ ਲੈਜਿਸਲੇਚਰ ਨੂੰ ਕੀ ਕਹਿ ਸਕਦੇ ਦੇਣ ਦਾ ਹੀ ਹੁੰਦੀ ਹੈ ਜਾਂ ਕਹਿ ਸਕਦੇ ਆਂਸਰੇਬਲ ਹੁੰਦੀ ਹੈ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹੀ ਹੁੰਦਾ ਆਪਣਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਅਤੇ ਇਹੀ ਹੁੰਦਾ ਆਪਣਾ ਕਾਊਂਸਲ ਆਫ ਮਿਨਿਸਟਰ ਬਾਰੇ ਦੋ ਗੱਲਾਂ, ਦੋ ਆਰਟੀਕਲ ਦਿੱਤੇ ਹੋਏ ਆਰਟੀਕਲ ਨੰਬਰ 74 ਅਤੇ ਆਰਟੀਕਲ ਨੰਬਰ 75 ਜੋ ਬੇਸਿਕ ਫਾਊਂਡੇਸ਼ਨ ਰੱਖਦੇ ਆਪਣੇ ਪਾਰਲੀਮੈਂਟਰੀ ਸਿਸਟਮ ਦੀ। ਠੀਕ ਹੈ ਜੀ। ਸੋ ਇੰਨਾ ਤੁਹਾਨੂੰ ਸਮਝ ਆ ਗਿਆ ਹੋਊਗਾ। ਤੁਸੀਂ ਆਰਟੀਕਲ ਬਹੁਤ ਹੀ ਪ੍ਰੀਸਾਈਜ਼ ਯਾਦ ਕਰਨੇ। ਆਰਟੀਕਲ ਨੰਬਰ
ਜਿਹੜੇ ਹੈਗੇ ਆ 74 ਤੇ ਆਰਟੀਕਲ ਨੰਬਰ 75 ਜਿਹੜੇ ਕਿ ਡੀਲ ਕਰਦੇ ਆ। ਜਿਹੜਾ 74 ਨੰਬਰ ਆਰਟੀਕਲ ਹੈਗਾ ਕਾਊਂਸਲ ਆਫ ਮਿਨਿਸਟਰ ਦਾ ਸਟੇਟਸ ਕੀ ਹੋਊਗਾ ਉਹਦੇ ਨਾਲ ਡੀਲ ਕਰਦੇ। ਆਰਟੀਕਲ ਨੰਬਰ 75 ਡੀਲ ਕਰਦਾ ਅਪਾਇੰਟਮੈਂਟ, ਟੈਨਿਓਰ ਤੇ ਰਿਸਪੌਂਸਿਬਿਲਿਟੀ, ਕੁਆਲੀਫਿਕੇਸ਼ਨ ਐਂਡ ਓਥ ਐਂਡ ਦਾ ਸੈਲਰੀ ਐਂਡ ਦਾ ਅਲਾਊਂਸਿਸ ਆਫ ਦਾ ਮਿਨਿਸਟਰ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਦਾ ਟੋਟਲ ਮੈਂਬਰ ਆਫ ਦਾ ਮਿਨਿਸਟਰ ਇੰਕਲੂਡਿੰਗ ਦਾ ਪ੍ਰਾਈਮ ਮਿਨਿਸਟਰ ਇਨ ਦਾ ਕਾਊਂਸਲ ਆਫ ਮਿਨਿਸਟਰ ਸ਼ੈਲ ਨਾਟ ਐਕਸੀਡ 15% of the total strength of the Lok Sabha. This provision was added by the 91st Constitutional Amendment Act 2003. ਸੋ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਵੀ ਜਿਹੜੇ ਕਾਊਂਸਲ ਆਫ ਮਿਨਿਸਟਰ ਹੈਗੇ ਆ ਉਹ ਜਿੰਨੀ ਸਟਰੈਂਥ ਲੋਕ ਸਭਾ ਦੀ ਹੈਗੀ ਹੈ ਉਹਦਾ 15% ਤੋਂ ਵੱਧ ਨਹੀਂ ਹੋ ਸਕਦੇ। ਹੁਣ ਤੁਸੀਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਜਿਵੇਂ ਆਪਣੀ ਜਿਹੜੀ ਲੋਕ ਸਭਾ ਦੀ ਸਟਰੈਂਥ ਹੈਗੀ ਹੈ 552 ਮੈਂਬਰਾਂ ਦੀ ਸਟਰੈਂਥ ਹੈਗੀ ਹੈ ਜੇ ਥਿਓਰੀਟੀਕਲੀ ਵੇਖਿਆ ਜਾਵੇ ਤਾਂ ਉਹਦਾ ਜਿਹੜਾ 15% ਜਿਹੜਾ ਲਗਭਗ ਬਣ ਜੂਗਾ ਆਪਣੇ ਕਹਿ ਸਕਦੇ ਹਾਂ ਵੀ 80-85 ਜਿਹੜੇ ਮੈਂਬਰ ਹੈਗੇ ਆ 80-85 ਮੈਂਬਰਸ ਦੇ ਰਾਊਂਡ ਬਣ ਜੂਗਾ ਉਹਦਾ 15% ਤਾਂ ਉਨੇ ਕੁ ਮੈਂਬਰ ਹੀ ਹੋ ਸਕਦੇ ਆ। ਕਾਊਂਸਲ ਮਿਨਿਸਟਰ ਕਿੰਨੇ ਹੋ ਸਕਦੇ 15% ਆਫ ਦੀ ਟੋਟਲ ਮੈਂਬਰ ਆਫ ਦੀ ਹਾਊਸ ਆਫ ਦੀ ਲੋਕ ਸਭਾ। ਲੋਕ ਸਭਾ ਦੀ ਗੱਲ ਹੋ ਰਹੀ ਹੈ, ਪੂਰੀ ਪਾਰਲੀਮੈਂਟ ਦੀ ਗੱਲ ਨਹੀਂ ਹੋ ਰਹੀ। ਇੱਥੇ ਤੁਸੀਂ ਧਿਆਨ ਦੇ ਵਿੱਚ ਰੱਖਣਾ। ਦਿਸ ਪ੍ਰੋਵੀਜ਼ਨ ਹੈ ਐਡਿਡ ਬਾਈ ਦਾ 91st Constitutional Amendment Act 2003। ਜਿਹੜੀ ਇਹ ਚੀਜ਼ ਐਡ ਕੀਤੀ ਗਈ ਆਪਣੇ ਸੰਵਿਧਾਨ ਦੇ ਵਿੱਚ ਉਹ ਕਿਸ ਅਮੈਂਡਮੈਂਟ ਦੇ ਰਾਹੀਂ ਐਡ ਕੀਤੀ ਗਈ ਤਾਂ ਆਪਣਾ ਆਨਸਰ ਆ ਜਾਊਗਾ 91st Constitutional Amendment Act 2003 ਦੇ ਅਕੋਰਡਿੰਗ ਇਹ ਵਾਲੀ ਚੀਜ਼ ਐਡ ਕੀਤੀ ਗਈ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਦਾ ਇਹ ਮਿਨਿਸਟਰ ਹੂ ਇਜ਼ ਨਾਟ ਅ ਮੈਂਬਰ ਆਫ ਦਾ ਪਾਰਲੀਮੈਂਟ ਫॉर ਐਨੀ ਪੀਰੀਅਡ ਆਫ 6 consecutive months shall cease to be a minister। ਹੁਣ ਤੁਹਾਨੂੰ ਪਤਾ ਹੋਊਗਾ ਵੀ ਕਾਊਂਸਲ ਆਫ ਮਿਨਿਸਟਰ ਦੇ ਵਿੱਚ ਕਿਸੇ ਕੋਈ ਵੀ ਮੈਂਬਰ ਭਾਵੇਂ ਉਹ ਇਲੈਕਟਿਡ ਹੈਗਾ ਲੋਕ ਸਭਾ ਦੇ ਵਿੱਚ ਭਾਵੇਂ ਰਾਜ ਸਭਾ ਦੇ ਵਿੱਚ ਇਲੈਕਟਿਡ ਹੈਗਾ ਜਾਂ ਨਹੀਂ ਹੈਗਾ ਤਾਂ ਉਹਨੂੰ 6 ਮਹੀਨਿਆਂ ਲਈ ਆਪਣੀ ਮਰਜ਼ੀ ਤੋਂ ਜਿਹੜੀ ਗੌਰਮੈਂਟ ਹੈਗੀ ਉਹਨੂੰ ਮਿਨਿਸਟਰ ਬਣਾ ਸਕਦੀ ਸਿਰਫ 6 ਮਹੀਨਿਆਂ ਦੇ ਲਈ। ਪਰ 6 ਮਹੀਨਿਆਂ ਦੇ ਵਿੱਚ ਉਹਨੂੰ ਕਿਸੇ ਵੀ ਹਾਊਸ ਦੇ ਵਿੱਚੋਂ ਇਲੈਕਟ ਹੋਣਾ ਜ਼ਰੂਰੀ ਹੈਗਾ ਭਾਵੇਂ ਰਾਜ ਸਭਾ ਤੋਂ ਭਾਵੇਂ ਲੋਕ ਸਭਾ ਤੋਂ। ਹੁਣ ਇੱਥੇ ਜਿਹੜਾ ਡਾਊਟ ਬਣਦਾ ਜਾਂ ਕਹਿ ਸਕਦੇ ਹਾਂ ਕੁਐਸਚਨ ਬਣਦਾ ਵੀ ਜਿਹੜਾ ਮਿਨਿਸਟਰ ਹੁੰਦਾ ਉਹ ਲੋਕ ਸਭਾ ਤੋਂ ਵੀ ਹੋ ਸਕਦਾ ਅਤੇ ਰਾਜ ਸਭਾ ਤੋਂ ਵੀ ਹੋ ਸਕਦਾ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਇਹ ਜ਼ਰੂਰੀ ਨਹੀਂ ਵੀ ਜਿਹੜਾ ਮਿਨਿਸਟਰ ਹੋਊਗਾ ਲੋਕ ਸਭਾ ਤੋਂ ਹੀ ਹੋਊਗਾ। ਮਿਨਿਸਟਰ ਦੋਨਾਂ ਤੋਂ ਹੋ ਸਕਦਾ, ਲੋਕ ਸਭਾ ਤੋਂ ਵੀ ਹੋ ਸਕਦਾ ਅਤੇ ਰਾਜ ਸਭਾ ਤੋਂ ਵੀ ਹੋ ਸਕਦਾ। ਸੋ ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ ਅਤੇ ਮਿਨਿਸਟਰ 6 ਮਹੀਨਿਆਂ ਤੱਕ ਬਿਨਾਂ ਕਿਸੇ ਹਾਊਸ 'ਚੋਂ ਇਲੈਕਟ ਕੀਤੇ ਹੋਏ ਆਪਣੀ ਪੋਜੀਸ਼ਨ 'ਤੇ ਰਹਿ ਸਕਦਾ। ਫਰਦਰ ਉਹਨੂੰ ਇਲੈਕਟ ਹੋਣਾ ਹੀ ਪਊਗਾ। ਸਪੋਜ਼ ਕਰ ਲਓ ਕੋਈ ਵੀ MP ਹੈਗਾ ਉਹ ਇਲੈਕਸ਼ਨ ਲੜਦਾ ਪਰ ਉਹ BJP ਦਾ ਖਾਸ ਬੰਦਾ ਕੋਈ ਵੀ ਹੈਗਾ। ਅਗਰ ਉਹ BJP ਦਾ ਖਾਸ ਬੰਦਾ ਹੈ ਤਾਂ ਉਹਨਾਂ ਨੇ ਮਿਨਿਸਟਰ ਬਣਾਉਣਾ ਹੀ ਹੈ। ਹੁਣ ਅਰੁਣ ਜੇਟਲੀ ਦੀ ਗੱਲ ਕਰ ਲਓ ਆਪਾਂ, ਠੀਕ ਹੈ ਜੀ। ਅਰੁਣ ਜੇਟਲੀ ਆਪਣੇ ਅੰਮ੍ਰਿਤਸਰ ਤੋਂ ਖੜੇ ਹੋਏ ਸੀਗੇ 2014 ਵਾਲੇ ਆਪਣੇ ਜਿਹੜੇ ਇਲੈਕਸ਼ਨ ਹੋਏ ਸੀਗੇ ਉਹਦੇ ਵਿੱਚ ਅੰਮ੍ਰਿਤਸਰ ਤੋਂ ਖੜੇ ਹੋਏ ਸੀਗੇ ਅਰੁਣ ਜੇਟਲੀ ਪਰ ਉੱਥੋਂ ਹਾਰ ਗਏ ਸੀ ਅਰੁਣ ਜੇਟਲੀ। ਪਰ ਫਿਰ ਵੀ ਉਹ ਮਿਨਿਸਟਰ ਬਣੇ। ਉਹਨਾਂ ਨੂੰ ਮਿਨਿਸਟਰੀ ਕਿਸ ਤਰ੍ਹਾਂ ਦਿੱਤੀ ਗਈ 6 ਮਹੀਨੇ ਤੱਕ ਤੋਂ ਮਿਨਿਸਟਰ ਵੈਸੇ ਹੀ ਰਹਿ ਸਕਦਾ। ਕੌਂਸਟੀਟਿਊਸ਼ਨਲੀ ਕੋਈ ਨਹੀਂ ਰੋਕ ਸਕਦਾ ਉਹਨਾਂ ਨੂੰ। ਅਗਰ ਪਾਰਟੀ ਚਾਹੁੰਦੀ ਹੈ ਵੀ ਆਹ ਬੰਦਾ ਸਾਡਾ ਮਿਨਿਸਟਰ ਹੋਣਾ ਚਾਹੀਦਾ ਭਾਵੇਂ ਹਾਰਿਆ ਭਾਵੇਂ ਜਿੱਤਿਆ ਕੋਈ ਫਰਕ ਨਹੀਂ ਪੈਂਦਾ। ਹੁਣ ਕੀ ਕੀਤਾ ਉਹਨਾਂ ਨੇ ਉਹਨਾਂ ਨੂੰ ਰਾਜ ਸਭਾ ਦੇ ਵਿੱਚੋਂ ਕਿਸੇ ਹੋਰ ਸਟੇਟ ਦੇ ਵਿੱਚ ਉਹਨਾਂ ਨੂੰ ਇਲੈਕਟ ਕਰਕੇ ਲੈ ਆਂਦਾ। ਸੋ ਇੱਥੋਂ ਇਹ ਕਨਕਲੂਡ ਹੁੰਦਾ ਵੀ ਰਾਜ ਸਭਾ 'ਚੋਂ ਮਿਨਿਸਟਰ ਬਣ ਸਕਦੇ ਆ, ਲੋਕ ਸਭਾ 'ਚੋਂ ਵੀ ਮਿਨਿਸਟਰ ਬਣ ਸਕਦੇ। ਜ਼ਰੂਰੀ ਨਹੀਂ ਵੀ ਜਿਹੜਾ ਬੰਦਾ ਮਿਨਿਸਟਰ ਹੋਊਗਾ ਲੋਕ ਸਭਾ ਤੋਂ ਹੀ ਹੋਊਗਾ, ਠੀਕ ਹੈ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। The Council of Ministers consists of the 3 categories of minister, namely the Cabinet Minister, Ministry of State and the Deputy Minister. ਸੋ ਜਿਹੜੀ ਕਾਊਂਸਲ ਆਫ ਮਿਨਿਸਟਰ ਹੁੰਦੀ ਹੈ ਉਹਦੇ ਵਿੱਚ 3 ਤਰ੍ਹਾਂ ਦੀ ਕੈਟੇਗਰੀਜ਼ ਦੇ ਮਿਨਿਸਟਰ ਹੁੰਦੇ। ਇੱਕ ਤਾਂ ਕੈਬਨਿਟ ਮਿਨਿਸਟਰ ਹੁੰਦੇ ਆ ਜਿਹੜੇ ਕਿ ਬਿਲਕੁਲ ਕੋਰ ਹੁੰਦੇ ਆ, ਜੋ ਮਤਲਬ ਜਿੰਨੇ ਵੀ ਡਿਸੀਜ਼ਨ ਕਾਊਂਸਲ ਮਿਨਿਸਟਰ ਦੁਆਰਾ ਲਏ ਜਾਂਦੇ ਹੁੰਦੇ ਆ ਉਹਨਾਂ ਨੂੰ ਇੰਪਲੀਮੈਂਟ ਕਰਵਾਉਣ ਦਾ ਕਿਹਨਾਂ ਦਾ ਕੰਮ ਹੁੰਦਾ, ਕੈਬਨਿਟ ਮਿਨਿਸਟਰਸ ਦਾ ਕੰਮ ਹੁੰਦਾ। ਸੋ ਕੈਬਨਿਟ ਮਿਨਿਸਟਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਕਾਊਂਸਲ ਉਹਨਾਂ ਦੇ ਆਧਾਰ 'ਤੇ ਹੀ ਚੱਲਦੀ ਹੁੰਦੀ ਹੈ। ਇੱਕ ਤਾਂ ਕਾਊਂਸਲ ਆ ਗਈ, ਉਹਦੇ ਵਿੱਚ ਕੈਬਨਿਟ ਮਿਨਿਸਟਰ ਆ ਗਏ। ਕੈਬਨਿਟ ਮਿਨਿਸਟਰ ਹੀ ਸਭ ਤੋਂ ਪ੍ਰੋਮੀਨੈਂਟ ਰੋਲ ਪਲੇ ਕਰਦੇ ਆ ਆਪਣੀ ਕਾਊਂਸਲ ਦੇ ਵਿੱਚ। ਜਿਹੜੇ ਡਿਸੀਜ਼ਨ ਲੈਜਿਸਲੇਚਰ ਦੁਆਰਾ ਲਏ ਜਾਂਦੇ ਹੁੰਦੇ ਆ ਉਹਨਾਂ ਨੂੰ ਇੰਪਲੀਮੈਂਟ ਕੌਣ ਕਰਵਾਉਂਦਾ ਹੁੰਦਾ, ਕੈਬਨਿਟ ਕਰਵਾਉਂਦੀ ਹੁੰਦੀ ਹੈ ਥਰੂ ਦੀ ਕਾਊਂਸਲ ਆਫ ਮਿਨਿਸਟਰ, ਠੀਕ ਹੈ। ਮਿਨਿਸਟਰ ਆਫ ਸਟੇਟ ਕੀ ਹੁੰਦੇ ਆ, ਜਿਹੜੇ ਅਟੈਚ ਹੁੰਦੇ ਆ ਕੈਬਨਿਟ ਮਿਨਿਸਟਰੀਜ਼ ਦੇ ਨਾਲ। ਜਿਹੜੇ ਡਿਪਾਰਟਮੈਂਟਸ ਹੁੰਦੇ ਆ ਉਹਨਾਂ ਨਾਲ ਮਿਨਿਸਟਰ ਜਿਹੜੇ ਅਟੈਚ ਹੁੰਦੇ ਆ ਉਹਨਾਂ ਨੂੰ ਕਿਹਾ ਜਾਂਦਾ ਮਿਨਿਸਟਰ ਆਫ ਸਟੇਟ ਐਂਡ ਦਾ ਡਿਪਟੀ ਮਿਨਿਸਟਰਸ। ਦਾ Cabinet Minister head the important ministries of the central government like the Home, Defence, Finance and the External Affair and the so forth, ठीक है। The Ministry of the State can either be given independent charge of minister or can be attached to a cabinet minister। ਸੋ ਜਿਵੇਂ ਇਹ ਚੀਜ਼ ਤਾਂ ਮੈਂ ਤੁਹਾਨੂੰ ਆਲਰੇਡੀ ਵੀ ਸਮਝਾਤੀ ਹੈ ਵੀ ਜਿਹੜੇ ਮਿਨਿਸਟਰ ਆਫ ਸਟੇਟ ਹੁੰਦੇ ਆ
ਜਾਂ ਤਾਂ ਕੈਬਨਿਟ ਮਿਨਿਸਟਰਸ ਦੇ ਨਾਲ ਐਡ ਹੋ ਜਾਂਦੇ ਆ ਜਾਂ ਕੋਈ ਐਵੇਂ ਉਹਨਾਂ ਨੂੰ ਛੋਟੀ ਜਿਹੀ ਮੋਟੀ ਜਿਹੜੀ ਮਿਨਿਸਟਰੀ ਹੈਗੀ ਉਹਨਾਂ ਨੂੰ ਮਿਲ ਜਾਂਦੀ ਹੁੰਦੀ ਹੈ। ਠੀਕ ਹੈ ਜੀ। ਹੁਣ ਆਪਾਂ ਡਿਫਰੈਂਸ਼ੀਏਟ ਕਰਦੇ ਹਾਂ ਕਾਊਂਸਲ ਆਫ ਮਿਨਿਸਟਰ ਅਤੇ ਕੈਬਨਿਟ ਦੇ ਵਿੱਚ। ਕਾਊਂਸਲ ਆਫ ਮਿਨਿਸਟਰ ਦੀ ਗੱਲ ਕਰੀਏ ਤਾਂ ਇਟ ਇਜ਼ ਵਾਈਡਰ ਬੋਡੀ ਕੰਸਿਸਟਿੰਗ ਆਫ 60 to 70 ਮੈਂਬਰਸ। ਸੋ ਕਾਊਂਸਲ ਆਫ ਮਿਨਿਸਟਰ ਇੱਕ ਲਾਰਜਰ ਫਾਰਮ ਹੁੰਦੀ ਹੈ ਜਿਹੜੀ ਪੋਲਿਸੀਜ਼ ਨੂੰ ਇੰਪਲੀਮੈਂਟ ਕਰਦੀ ਹੈ। ਅਤੇ ਜੇ ਆਪਾਂ ਕੈਬਨਿਟ ਦੀ ਗੱਲ ਕਰੀਏ ਤਾਂ ਇੱਕ ਕੋਰ ਕਮੇਟੀ ਹੁੰਦੀ ਹੈ ਜਿਹੜੀ ਕਾਊਂਸਲ ਦੇ ਵਿੱਚ ਹੁੰਦੀ ਹੈ। ਠੀਕ ਹੈ। ਕਾਊਂਸਲ ਦੇ ਵਿੱਚ ਇੱਕ ਬੋਡੀ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਕੈਬਨਿਟ, ਜਿਹੜੀ ਉਹਦੀ ਕੋਰ ਬੋਡੀ ਹੁੰਦੀ ਹੈ ਉਹਨੂੰ ਕੈਬਨਿਟ ਕਿਹਾ ਜਾਂਦਾ ਹੁੰਦਾ। ਇਟ ਇਨਕਲੂਡ ਆਲ ਦ 3 ਕੈਟੇਗਰੀਜ਼ ਆਫ ਮਿਨਿਸਟਰ, ਦੈਟ ਇਜ਼ ਕੈਬਨਿਟ ਮਿਨਿਸਟਰ, ਮਿਨਿਸਟਰ ਆਫ ਸਟੇਟ ਐਂਡ ਦ ਡੈਪਟੀ ਮਿਨਿਸਟਰਸ। ਸੋ ਕਾਊਂਸਲ ਆਫ ਮਿਨਿਸਟਰ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ, ਭਾਵੇਂ ਉਹ ਕਿ ਕੈਬਨਿਟ ਮਿਨਿਸਟਰ ਹੈਗੇ ਆ, ਭਾਵੇਂ ਮਿਨਿਸਟਰ ਆਫ ਸਟੇਟ ਹੈਗੇ ਆ, ਭਾਵੇਂ ਡਿਪਟੀ ਮਿਨਿਸਟਰਸ ਹੈਗੇ ਆ। ਪਰ ਕੈਬਨਿਟ ਦੇ ਵਿੱਚ ਸਿਰਫ ਜਿਹੜੀ ਕੋਰ ਡਿਪਾਰਟਮੈਂਟਸ ਹੈਗੇ ਉਹ ਸਾਰੇ ਦੇ ਸਾਰੇ ਉਹ ਆਉਂਦੇ ਆ। ਠੀਕ ਹੈ। ਜਿਵੇਂ ਫਾਈਨੈਂਸ ਹੋ ਗਿਆ ਜਾਂ ਆਪਣੇ ਕਹਿ ਸਕਦੇ ਹਾਂ ਐਗਰੀਕਲਚਰ ਮਿਨਿਸਟਰੀ ਹੋ ਗਈ, ਡਿਫੈਂਸ ਹੋ ਗਿਆ। ਇਟ ਇਨਕਲੂਡ ਦਾ ਕੈਬਨਿਟ ਮਿਨਿਸਟਰ ਓਨਲੀ, ਦੈਟ ਇਜ਼ ਅ ਪਾਰਟ ਆਫ ਦਾ ਕਾਊਂਸਲ ਆਫ ਮਿਨਿਸਟਰ। ਠੀਕ ਹੈ। ਇਟ ਡਜ਼ ਨੋਟ ਮੀਟ ਐਜ਼ ਅ ਬੋਡੀ ਟੂ ਟ੍ਰਾਂਸੈਕਟ ਗਵਰਨਮੈਂਟ ਬਿਜ਼ਨਸ, ਇਟ ਹੈਜ਼ ਨੋ ਕਲੈਕਟਿਵ ਫੰਕਸ਼ਨਸ। ਜੇ ਆਪਾਂ ਕੈਬਨਿਟ ਦੀ ਗੱਲ ਕਰੀਏ, ਇਟ ਮੀਟ ਐਜ਼ ਅ ਬੋਡੀ ਫ੍ਰੀਕੁਐਂਟਲੀ ਐਂਡ ਯੂਜ਼ਲੀ ਵੰਸ ਇਨ ਅ ਵੀਕ ਟੂ ਡੈਲੀਬਰੇਟਲੀ ਐਂਡ ਟੇਕ ਡਿਸੀਜ਼ਨ ਰਿਗਾਰਡਿੰਗ ਦਾ ਟ੍ਰਾਂਸੈਕਸ਼ਨ ਆਫ ਦਾ ਗਵਰਨਮੈਂਟ ਬਿਜ਼ਨਸ ਡਜ਼ ਐਟ ਏ ਕਲੈਕਟਿਵ ਫੰਕਸ਼ਨ। ਕਾਊਂਸਲ ਆਫ ਮਿਨਿਸਟਰ ਇੱਕ ਬੋਡੀ ਦੀ ਤਰ੍ਹਾਂ ਨਹੀਂ ਮਿਲਦੇ ਹੁੰਦੇ, ਫ੍ਰੀਕੁਐਂਟ ਨਹੀਂ ਮਿਲਦੇ ਹੁੰਦੇ, ਪਰ ਜਿਵੇਂ ਕੁਛ ਸਰਟਨ ਹੈ ਜੇ ਸਰਕਮਸਟੈਂਸਿਸ ਹੁੰਦੇ ਜਿੱਥੇ ਉਹਨਾਂ ਨੂੰ ਮਿਲਣਾ ਹੁੰਦਾ। ਬਾਕੀ ਜਿਹੜੇ ਵੀ ਡਿਸੀਜ਼ਨ ਲਏ ਜਾਂਦੇ ਹੁੰਦੇ ਕੈਬਨਿਟ ਦੁਆਰਾ ਲਏ ਜਾਂਦੇ ਹੁੰਦੇ ਹੈ, ਉਹਨਾਂ ਉੱਤੇ ਕੰਮ ਕਰਨਾ, ਉਹਨਾਂ ਨੂੰ ਇੰਪਲੀਮੈਂਟ ਕਰਨਾ, ਉਹ ਸਾਰਾ ਕੁਛ ਕਾਊਂਸਲ ਆਫ ਮਿਨਿਸਟਰ ਦਾ ਕੰਮ ਹੁੰਦਾ। ਠੀਕ ਹੈ। ਇਟ ਇਜ਼ ਵੈਸਟਿਡ ਵਿਦ ਆਲ ਪਾਵਰ ਬਟ ਇਟ ਐਕਸਰਸਾਈਜ਼ ਇਨ ਪ੍ਰੈਕਟਿਸ ਦਾ ਪਾਵਰ ਆਫ ਦਾ ਕਾਊਂਸਲ ਆਫ ਮਿਨਿਸਟਰ। ਠੀਕ ਹੈ। ਜਿਹੜੇ ਕੈਬਨਿਟ ਮਿਨਿਸਟਰ ਹੁੰਦੇ ਹੈ ਉਹ ਕਾਊਂਸਲ ਆਫ ਮਿਨਿਸਟਰ ਦੀਆਂ ਜਿਹੜੀਆਂ ਪਾਵਰਸ ਹੁੰਦੀਆਂ ਸਾਰੀਆਂ ਦੀਆਂ ਸਾਰੀਆਂ ਐਕਸਰਸਾਈਜ਼ ਕਰਦੇ ਆ। ਉਹਨਾਂ ਕੋਲ ਜਿਹੜੀਆਂ ਪਾਵਰ ਕਨਫਰਡ ਕੀਤੀਆਂ ਗਿਆ ਬਾਈ ਦੀ ਕੌਨਸਟੀਟਿਊਸ਼ਨ, ਉਹ ਕਿਹਨਾਂ ਦੁਆਰਾ ਇੰਜੋਏ ਕੀਤੀਆਂ ਜਾਂਦੀਆਂ? ਕੈਬਨਿਟ ਦੁਆਰਾ ਕੀਤੀਆਂ ਜਾਂਦੀਆਂ। ਜਿੰਨੇ ਵੀ ਡਿਸੀਜ਼ਨ ਲਏ ਜਾਂਦੇ ਕੈਬਨਿਟ ਦੁਆਰਾ ਅੱਗੇ ਡਿਸੀਜ਼ਨ ਲਏ ਜਾਂਦੇ ਆ ਵੀ ਹਾਂ ਕਾਊਂਸਲ ਕਿਵੇਂ ਚੱਲੂਗੀ ਜਾਂ ਅੱਗੇ ਕਿਵੇਂ ਚੀਜ਼ਾਂ ਚੱਲਣਗੀਆਂ। ਸੋ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਪੜ੍ਹਦੇ ਹਾਂ ਹੋਰ ਕੀ ਰੈਲੇਵੈਂਟ ਹੈਗਾ ਆਪਣੇ ਲਈ। ਸੋ ਨੈਕਸਟ ਹੈਗਾ ਇਟ ਫੰਕਸ਼ਨ ਆਰ ਡੈਟਰਮਾਈਨਡ ਬਾਈ ਦਾ ਕੈਬਨਿਟ। ਸੋ ਜਿਹੜੇ ਕਾਊਂਸਲ ਆਫ ਮਿਨਿਸਟਰ ਦੇ ਫੰਕਸ਼ਨਸ ਹੁੰਦੇ ਉਹ ਕਿਹਦੇ ਦੁਆਰਾ ਡੈਟਰਮਾਈਨ ਕੀਤੇ ਜਾਂਦੇ ਜਾਂ ਕਹਿ ਸਕਦੇ ਹਾਂ ਕਿਹਨਾਂ ਦੁਆਰਾ ਮਾਪੇ ਜਾਂਦੇ ਵੀ ਤੁਸੀਂ ਕਿੱਦਾਂ ਚੱਲਣਾ ਹੈ, ਤਾਂ ਉਹ ਸਾਰੇ ਦੇ ਸਾਰੇ ਫੰਕਸ਼ਨ ਕੈਬਨਿਟ ਦੁਆਰਾ ਮਾਪੇ ਜਾਂਦੇ ਆ। ਠੀਕ ਹੈ। ਇਟ ਡਾਇਰੈਕਟ ਦਾ ਕਾਊਂਸਲ ਆਫ ਮਿਨਿਸਟਰ ਬਾਈ ਟੇਕਿੰਗ ਆਲ ਦਾ ਪੋਲਿਸੀ ਡਿਸੀਜ਼ਨ ਵਿਚ ਆਰ ਬਾਈਂਡਿੰਗ ਔਨ ਆਲ ਦਾ ਮਿਨਿਸਟਰਸ। ਠੀਕ ਹੈ। ਅਤੇ ਜਿਹੜੇ ਵੀ ਡਿਸੀਜ਼ਨ ਕੈਬਨਿਟ ਦੁਆਰਾ ਲਏ ਜਾਂਦੇ ਆ ਅਤੇ ਉਹ ਸਾਰੇ ਦੇ ਸਾਰੇ ਡਿਸੀਜ਼ਨ ਕਾਊਂਸਲ ਆਫ ਮਿਨਿਸਟਰ 'ਤੇ ਬਾਈਂਡਿੰਗ ਹੁੰਦੇ ਆ, ਮਤਲਬ ਕਿ ਮੰਨਣੇ ਹੀ ਪੈਂਦੇ ਉਹਨਾਂ ਦੇ ਉਦੇਸ਼ ਉਹਨਾਂ ਨੂੰ। ਨੈਕਸਟ ਹੈਗਾ ਇਟ ਇੰਪਲੀਮੈਂਟ ਦਾ ਡਿਸੀਜ਼ਨ ਟੇਕਨ ਬਾਈ ਦਾ ਕੈਬਨਿਟ, ਇਟ ਸੁਪਰਵਾਈਜ਼ ਦਾ ਇੰਪਲੀਮੈਂਟੇਸ਼ਨ ਆਫ ਡਿਸੀਜ਼ਨ ਬਾਈ ਦਾ ਕਾਊਂਸਲ ਆਫ ਮਿਨਿਸਟਰ। ਸੋ ਜਿਹੜੇ ਡਿਸੀਜ਼ਨ ਕੈਬਨਿਟ ਦੁਆਰਾ ਲਏ ਜਾਂਦੇ ਹੁੰਦੇ ਉਹ ਇੰਪਲੀਮੈਂਟ ਕਰਨ ਦਾ ਕੰਮ ਕਿਹਨਾਂ ਦਾ ਹੁੰਦਾ? ਕਾਊਂਸਲ ਆਫ ਮਿਨਿਸਟਰ ਦਾ ਹੁੰਦਾ। ਅਤੇ ਕੈਬਨਿਟ ਦਾ ਕੰਮ ਹੁੰਦਾ ਉਹਨਾਂ ਦੇ ਜਿਹੜੇ ਵੀ ਡਿਸੀਜ਼ਨ ਲਏ ਗਏ ਆ ਕੈਬਨਿਟ ਉਹਨਾਂ ਦੀ ਕੈਬਨਿਟ ਦੁਆਰਾ ਲਏ ਗਏ ਉਹਨਾਂ ਨੂੰ ਸੁਪਰਵਾਈਜ਼ ਕਰਨਾ ਵੀ ਕਾਊਂਸਲ ਆਫ ਮਿਨਿਸਟਰ ਉਹਨਾਂ ਨੂੰ ਪ੍ਰੋਪਰਲੀ ਇੰਪਲੀਮੈਂਟ ਕਰ ਰਹੇ ਆ ਜਾਂ ਨਹੀਂ ਕਰ ਰਹੇ। ਹੋਪਫੁਲੀ ਤੁਹਾਨੂੰ ਡਿਫਰੈਂਸ ਪਤਾ ਲੱਗ ਗਿਆ ਹੋਊਗਾ ਕਿ ਕੈਬਨਿਟ ਅਤੇ ਕਾਊਂਸਲ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਸੋ ਐਕਸਟ੍ਰੀਮਲੀ ਇੰਪੋਰਟੈਂਟ ਹੈਗਾ। ਅਗਰ ਤੁਸੀਂ ਅੱਗੇ ਨੂੰ ਪੋਲਿਟੀ ਸਮਝਣਾ ਚਾਹੁੰਦੇ ਹੋ, ਅੱਗੇ ਵਧੀਆ ਕਰਨਾ ਚਾਹੁੰਦੇ ਹੋ ਪੋਲਿਟੀ ਨੂੰ, ਤੁਹਾਨੂੰ ਇਹਨਾਂ ਦੇ ਵਿੱਚ ਡਿਫਰੈਂਸੀਏਸ਼ਨ ਪਤਾ ਹੋਣੀ ਚਾਹੀਦੀ ਵੀ ਕੀ ਹੈਗਾ ਕਾਊਂਸਲ ਕੀ ਹੈਗੀ ਹੈ ਅਤੇ ਕੈਬਨਿਟ ਕੀ ਹੈਗੀ ਹੈ। ਹੋਪਫੁਲੀ ਤੁਹਾਨੂੰ ਜਿਹੜਾ ਪਾਰਲੀਮੈਂਟਰੀ ਸਿਸਟਮ ਹੈਗਾ, ਬੇਸਿਕ ਜਿਹੜਾ ਪਾਰਲੀਮੈਂਟਰੀ ਸਿਸਟਮ ਹੈਗਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ ਕਿਉਂਕਿ ਜਿਹੜਾ ਆਪਣਾ ਕੱਲ੍ਹ ਨੂੰ ਨਵਾਂ ਲੈਕਚਰ ਸਟਾਰਟ ਹੋਣਗੇ ਜਿਵੇਂ ਕਿ ਪ੍ਰਾਈਮ ਮਿਨਿਸਟਰ ਬਾਰੇ, ਪ੍ਰੈਜ਼ੀਡੈਂਟ ਬਾਰੇ ਨਵੀਆਂ ਚੀਜ਼ਾਂ ਆਪਾਂ ਕੱਲ੍ਹ ਤੋਂ ਸਟਾਰਟ ਕਰਾਂਗੇ। ਸੋ ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ। CBSE ਐਗਜ਼ਾਮ ਗੁਰੂ ਨੂੰ ਐਪ ਡਾਊਨਲੋਡ ਕਰ ਲੈਣਾ ਤੁਸੀਂ, ਅਤੇ ਆਪਣੇ ਰਿਵਿਊਜ਼ ਦੇ ਸਕਦੇ ਹੋ ਇੰਸਟਾਗ੍ਰਾਮ ID ਤੋਂ ARNTANEJJ07 'ਤੇ। ਅਤੇ ਤੁਸੀਂ ਸਾਡੀ ਜਿਹੜੀ ਐਪ ਹੈਗੀ ਉਹ ਤੋਂ ਡਿਵਰਸ ਬੈਨੀਫਿਟ ਉਠਾ ਸਕਦੇ ਹੋ, ਜਿਵੇਂ ਕਿ ਤੁਹਾਨੂੰ ਟੈਸਟ ਸੀਰੀਜ਼ ਮਿਲ ਜੂਗੀ, ਪਟਵਾਰੀ ਦੇ ਕੋਰਸਿਸ ਜੁਆਇਨ ਕਰ ਸਕਦੇ ਹੋ, ਅਤੇ ਪ੍ਰੀਵੀਅਸ ਈਅਰ ਪੇਪਰਸ ਹੈਗੇ ਉਹ ਵੇਖ ਸਕਦੇ ਹੋ। ਬਾਕੀ ਜਿਹੜੇ ਨਵੇਂ ਜੋਬ ਅਲਰਟਸ ਹੁੰਦੇ ਹੈ ਉਹ ਵੀ ਤੁਸੀਂ ਗੈਟ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ।